ਵਾਹਿਗੁਰੂ ਜੀ। ਕਬੀਰ ਜਿਸ ਮਰਨੈ ਤੈ ਜਗ ਡਰੈ, ਮੇਰੇ ਮਨ ਆਨੰਦ ਮਰਨੈ ਹੀ ਤੇ ਪਾਈਐ, ਪੂਰਨ ਪਰਮਾਨੰਦ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਧਾਰ ਕੈ ਦੁਆਰ। ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨ ਛਾਡੈ ਖੇਤ। ਸਤਿਗੁਰੂ ਗਰੀਬ ਨਵਾਜ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜੀ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਪ੍ਰੇਮ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਰ ਕਿਰਪਾ ਹੋ ਰਹੀ ਹੈ। ਪਿਛਲੇ ਪਹਿਰ ਦੇ ਦੀਵਾਨ ਸਜੇ ਹਨ। ਗੁਰੂ ਕੀ ਬਾਣੀ ਦਾ ਕੀਰਤਨ, ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਤੇ ਹਰ ਰੋਜ਼ ਨੇਮ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋ ਰਹੇ। ਪਰਮੇਸ਼ਰ ਵੱਲੋਂ ਮਿਲੇ ਹੋਏ ਜਿਹੜੇ ਸਵਾਸ ਆ, ਇਹਨਾਂ ਨੂੰ ਸਫਲਾ ਕਰ ਰਹੇ ਹੋ, ਕਿਉਂਕਿ ਸਵਾਸ ਗਿਣਤੀ ਵਿੱਚ ਮਿਲੇ ਹੈ। ਸਮਾਂ ਜਿਹੜਾ ਲੰਘਦਾ ਜਾਂਦਾ ਹੈ, ਜਨਮ ਤਾਂ ਦੁਬਾਰਾ ਵੀ ਮਿਲ ਸਕਦਾ ਹੈ, ਪਰ ਜਿਹੜੇ ਦਿਨ ਲੰਘ ਗਿਆ ਉਹ ਦੁਬਾਰਾ ਨਹੀਂ ਆਉਣਾ। ਜਿਹੜੇ ਸਵਾਸ ਇਕਰਾ ਨਿਕਲ ਗਏ ਉਹ ਦੁਬਾਰਾ ਨਹੀਂ ਮਿਲਣੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 10 ਰੂਪ ਧਾਰਨ ਕਰਕੇ ਸਾਨੂੰ ਇਹੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਹੇ ਪਿਆਰਿਆ, ਆਪਣੀ ਧਰਮ ਦੀ ਕਿਰਤ ਕਰਦਿਆਂ ਹੋਇਆ ਪਰਮੇਸ਼ਰ ਦਾ ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਸਤ ਸੰਗਤ ਕਰਨੀ, ਇਹ ਸਭ ਤੋਂ ਵੱਡਾ ਧਰਮ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਬਾਣੀ ਵਿੱਚ ਲਿਖਿਆ ਹੈ। ਬਾਬਾ ਕਬੀਰ ਸਾਹਿਬ ਜੀ ਨੇ, ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਬਾਬਾ ਕਬੀਰ ਸਾਹਿਬ ਜੀ ਤੁਰੇ ਜਾ ਰਹੇ ਹੈ ਤੇ ਸਰਦੀ ਦੇ ਦਿਨ ਹੈ ਤੇ ਮੀਂਹ ਥੋੜਾ ਪਿਆ ਹੋਇਆ ਹੈ। ਇੱਕ ਬੀਬੀ ਮਾਤਾ ਛੋਲੇ ਪੀਹ ਰਹੀ ਸੀ ਚੱਕੀ ਦੇ ਨਾਲ, ਤੇ ਪੀਂਦਿਆਂ ਪੀਂਦਿਆਂ ਨਾਲ ਕਦੀ ਕਦੀ ਫੱਕਾ ਛੋਲਿਆਂ ਦਾ ਆਪਣੇ ਮੂੰਹ ਵਿੱਚ ਪਾ ਲੈਂਦੀ ਹੈ, ਚੱਬ ਲੈਂਦੀ ਹੈ। ਬਾਬਾ ਕਬੀਰ ਸਾਹਿਬ ਜੀ ਵੇਖਦੇ ਹੈ ਕਿ ਬੀਬੀ ਛੋਲਿਆਂ ਨੂੰ ਪੀਹ ਰਹੀ, ਆਟਾ ਬਣਾ ਰਹੀ ਹੈ, ਪਰ ਨਾਲ ਨਾਲ ਜਦੋਂ ਮਨ ਕਰਦਾ ਹੈ ਤੇ ਛੋਲੇ ਚੱਬ ਵੀ ਲੈਂਦੀ ਹੈ। ਸਮਾਂ ਬਤੀਤ ਹੋਇਆ, ਆਟਾ ਪੀਹ ਕੇ ਉਹ ਮਾਤਾ ਆਪਣੇ ਸੀਸ ਤੇ ਰੱਖ ਕੇ ਤੁਰ ਪਈ ਹੈ। ਗਲੀ ਦੇ ਵਿੱਚ ਚਿੱਕੜ ਸੀ ਤੇ ਤਿਲਕਣ ਹੋਣ ਕਰਕੇ ਆਟਾ ਜਿਹੜਾ ਸਾਰਾ ਹੀ ਡੁੱਲ ਗਿਆ। ਉਸ ਵੇਲੇ ਬਾਬਾ ਕਬੀਰ ਸਾਹਿਬ ਜੀ ਨੇ ਇਹ ਭਾਰੀ ਦ੍ਰਿਸ਼ਟਾਂਤ ਸਾਨੂੰ ਸਮਝਾਉਣ ਵਾਸਤੇ, ਦੇਣ ਵਾਸਤੇ ਸ਼ਲੋਕ ਉਚਾਰਨ ਕੀਤਾ ਹੈ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਆਟਾ ਬੀਬੀ ਨੇ ਪੀਆ ਸੀ ਉਹ ਸਾਰਾ ਹੀ ਗਾਰੇ ਦੇ ਵਿੱਚ ਡੁੱਲ ਗਿਆ, ਕਿਸੇ ਕੰਮ ਨਹੀਂ ਆਇਆ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਜਿਹੜਾ ਪੀਂਦਿਆਂ ਪੀਂਦਿਆਂ ਉਹ ਭੈਣ ਨੇ ਛੋਲੇ ਚੱਬ ਲਏ, ਉਹੋ ਹੀ ਸਾਥ ਨਿਭੇ।
ਦੂਸਰਾ ਤੇ ਸਾਰਾ ਡੁੱਲ ਗਿਆ। ਇੱਕ ਪ੍ਰਮਾਣ ਦਿੱਤਾ ਦੁਨਿਆਵੀ ਤੇ ਅੰਤਰੀਵੀ ਭਾਵੇ ਦਾ ਬਾਬਾ ਕਬੀਰ ਸਾਹਿਬ ਜੀ ਸਮਝਾਉਣ ਦਾ ਯਤਨ ਕਰਦੇ ਸਨ ਕਿ ਜੀਵ ਆਪਣੀ ਧਰਮ ਦੀ ਕਿਰਤ ਕਰਦਿਆਂ ਹੋਇਆਂ, ਪਰਿਵਾਰ ਨੂੰ ਪਾਲਦਿਆਂ ਹੋਇਆਂ ਨਾਲ ਮਹਾਰਾਜ ਦਾ ਭਜਨ ਸਿਮਰਨ ਕਰੀ ਜਾਏ। ਕਿਰਤ ਕਮਾਈ ਵਿੱਚੋਂ ਗੁਰੂ ਘਰ ਦੀ ਸੇਵਾ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ, ਲੋੜਵੰਦਾਂ ਵਾਸਤੇ ਮਾਇਆ ਦਸਵੰਧ ਕੱਢ ਕੇ ਗੁਰੂ ਕੀ ਗੋਲਕ ਵਿੱਚ ਪਾਈ ਜਾ। ਜੇ ਤੂੰ ਕਵੇਂ ਨਾ ਕਿ ਅਜੇ ਤੇ ਜੌਬ ਕਰਦੇ ਆ, ਅਜੇ ਤੇ ਉਮਰ ਥੋੜੀ ਹੈ, ਸਮਾਂ ਬਹੁਤ ਹੈ, ਇਹ ਤੇ ਭਾਈਆਂ ਗ੍ਰੰਥੀਆਂ ਦਾ ਹੀ ਕੰਮ ਹੈ ਨਾ ਨਾਮ ਜਪਣਾ, ਤੇ ਜਦੋਂ ਸਾਰੇ ਕੰਮਾਂ ਤੋਂ ਵਿਹਲੇ ਹੋ ਕੇ ਫਿਰ ਨਾਮ ਜਪ ਲਾਂਗੇ ਫਿਰ ਨਹੀਂ ਜਪਿਆ ਜਾਣਾ, ਫਿਰ ਤੇ ਉਹ ਸਮਾਂ ਬਤੀਤ ਹੋ ਜਾਣਾ ਹੈ, ਹੱਥੋਂ ਨਿਕਲ ਜਾਣਾ ਹੈ। ਇਸ ਤਰ੍ਹਾਂ ਹੀ ਮਾਇਆ ਦਾ ਚੱਕਰ ਹੈ ਕਿ ਪਰਮੇਸ਼ਰ ਜਿਹੜੀ ਧਰਮ ਦੀ ਕਿਰਤ ਕਰਦੇ ਆ, ਮਾਇਆ ਇਸ ਜੀਵ ਨੂੰ ਦੇ ਰਿਹਾ ਹੈ। ਜੇ ਬੰਦਾ ਕਹੇ ਕਿ ਮੈਂ ਆਪਣੇ ਸਾਰੇ ਘਰ ਦੇ ਕੰਮ ਕਰਕੇ, ਘਰ ਦੀਆਂ ਕਿਸ਼ਤਾਂ ਲਾ ਕੇ, ਗੱਡੀ ਦੀਆਂ ਕਿਸ਼ਤਾਂ ਲਾ ਕੇ, ਬੱਚਿਆਂ ਨੂੰ ਪੜ੍ਹਾ ਕੇ, ਸਾਰਾ ਕੰਮ ਕਰਕੇ ਤੇ ਫਿਰ ਸੇਵਾ ਕਰ ਲਾਂਗੇ ਮਾਇਆ ਦੀ ਗੁਰੂ ਘਰ, ਉਹ ਨਹੀਂ ਹੋਣੀ, ਉਹ ਸਮਾਂ ਨਹੀਂ ਆਉਣਾ। ਸਾਧ ਸੰਗਤ ਜੀ, ਜਿਹੜਾ ਆਪਣੀ ਧਰਮ ਦੀ ਕਿਰਤ ਕਰਦਿਆਂ, ਪਰਿਵਾਰ ਨੂੰ ਪਾਲਦਿਆਂ ਹੀ ਸਮਾਂ ਗੁਰੂ ਕੀ ਬਾਣੀ ਪੜ੍ਹਨ ਵਾਸਤੇ ਤੇ ਭਜਨ ਸਿਮਰਨ ਵਾਸਤੇ ਤੇ ਹੱਥੀਂ ਸੇਵਾ ਕਰਨ ਵਾਸਤੇ ਤੇ ਮਾਇਆ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਕਰਨ ਵਾਸਤੇ ਉਹ ਨਾਲ ਦੀ ਨਾਲ ਕੱਢ ਲਿਆ, ਉਹੀ ਨਾਲ ਨਿਭਣਾ ਹੈ, ਨਹੀਂ ਤੇ ਸਮਾਂ ਬਤੀਤ ਹੋ ਜਾਣਾ ਹੈ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜੇ ਹੈ। ਸੰਗਤਾਂ ਬੜੇ ਭਾਰੀ ਗਿਣਤੀ ਵਿੱਚ ਦਰਸ਼ਨ ਕਰ ਰਹੀਆਂ, ਬਹੁਤ ਭੀੜ ਲੱਗੀ ਹੋਈ ਹੈ। ਇੱਕ ਬੀਬੀ ਜੀ ਆਉਂਦੇ ਹੈ ਤੇ ਵੇਖ ਕੇ ਫਿਰ ਵਾਪਸ ਮੁੜ ਜਾਂਦੇ ਹੈ, ਲੰਗਰ ਦੀ ਸੇਵਾ ਜਾ ਕੇ ਕਰਨ ਲੱਗ ਜਾਂਦੇ ਹੈ। ਫਿਰ ਸੇਵਾ ਕਰਦੇ 10-20 ਮਿੰਟ ਕਰਕੇ ਫਿਰ ਆਉਂਦੇ ਹੈ ਵੀ ਮਹਾਰਾਜ ਦੇ ਦਰਸ਼ਨ ਕਰ ਗਏ, ਕਿ ਭੀੜ ਉਦੋਂ ਵੀ ਵੱਧ ਲੱਗੀ ਹੁੰਦੀ ਹੈ। ਸੋ ਜਦੋਂ 2-4 ਵਾਰ ਇਸ ਤਰ੍ਹਾਂ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਬੀਬੀ ਜੀ ਕੀ ਗੱਲ ਹੈ, ਵਾਰ-ਵਾਰ ਆਉਂਦੇ, ਵਾਰ-ਵਾਰ ਵਾਪਸ ਮੁੜ ਜਾਂਦੇ ਹੋ? ਕਹਿਣ ਲੱਗੀ, ਸੱਚੇ ਪਾਤਸ਼ਾਹ ਮੈਂ ਲੰਗਰ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਦੀ ਹਾਂ ਤੇ ਮੈਂ ਸੋਚਦੀ ਹਾਂ ਵੀ ਸੰਗਤ ਘਟ ਜੂਗੀ, ਫਿਰ ਜਾ ਕੇ ਦਰਸ਼ਨ ਕਰ ਲੂੰਗਾ, ਸੇਵਾ ਵਿੱਚ ਨਾ ਕੋਈ ਫਰਕ ਪੈ ਜਾਵੇ, ਇਸ ਕਰਕੇ ਭੀੜ ਤਾਂ ਅੱਗੇ ਬੜੀ ਹੁੰਦੀ ਹੈ, ਮੈਂ ਫਿਰ ਦੁਬਾਰਾ ਜਾ ਕੇ ਲੰਗਰ ਦੀ ਸੇਵਾ ਕਰਦੀ ਹਾਂ। ਸੱਚੇ ਪਾਤਸ਼ਾਹ ਬੀਬੀ ਦਾ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਬੀਬੀ ਜੀ ਜੇ ਤੁਹਾਡਾ ਸੇਵਾ ਵਿੱਚ ਇੰਨਾ ਪ੍ਰੇਮ ਭਾਵਨਾ ਹੈ ਨਾ ਵੀ ਗੁਰੂ ਕੇ ਲੰਗਰ ਦੀ ਸੇਵਾ ਇੰਨੇ ਪ੍ਰੇਮ ਨਾਲ ਕਰਦੇ ਹੋ, ਹੁਣ ਤੁਹਾਨੂੰ ਆਉਣ ਦੀ ਲੋੜ ਨਹੀਂ, ਤੁਸੀਂ ਲੰਗਰ ਵਿੱਚ ਪ੍ਰਸ਼ਾਦੇ ਪਕਾਇਆ ਕਰੋ, ਅਸੀਂ ਲੰਗਰ ਵਿੱਚ ਆਪ ਆਣ ਕੇ ਦਰਸ਼ਨ ਦੇ ਦਿਆ ਕਰਾਂਗੇ। ਸੋ ਐਸੇ ਵੀ ਇਤਿਹਾਸ ਵਿੱਚ ਬਚਨ ਆਉਂਦੇ ਹੈ, ਸਿੱਖ ਧਰਮ ਜਿਹੜਾ ਇਹ ਸ਼ਰਧਾ ਦਾ ਧਰਮ ਹੈ, ਪ੍ਰੇਮ ਦਾ ਧਰਮ ਹੈ, ਭਾਵਨਾ ਦਾ ਧਰਮ ਹੈ, ਤਰਕ ਦਾ ਧਰਮ ਨਹੀਂ ਹੈ। ਤਰਕ ਨਹੀਂ ਸਿੱਖ ਨੇ ਕਰਨੀ, ਗੁਰੂ ਤੇ ਭਾਵਨਾ ਸ਼ਰਧਾ ਰੱਖਣੀ ਹੈ ਵੀ ਮੇਰਾ ਗੁਰੂ ਸਮਰੱਥ ਹੈ, ਮੇਰਾ ਗੁਰੂ ਸਭ ਕੁਝ ਕਰ ਸਕਦਾ ਹੈ। ਬਾਬੇ ਲਹਿਣੇ ਨੇ ਭਾਵਨਾ ਰੱਖੀ ਤੇ ਗੁਰੂ ਕਾ ਅੰਗ ਹੋ ਕੇ ਨਿਬੜ ਗਏ। ਮਹਾਰਾਜ ਦੇ ਕੋਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗੇ ਗੁਰੂ ਕੇ ਸਿੱਖ, ਪ੍ਰਾਤਨ ਸਿੱਖ ਵੀ ਸੀ, ਪਰ ਪਾਸ ਬਾਬਾ ਲਹਿਣਾ ਹੀ ਹੋਇਆ। ਜਿਸ ਵੇਲੇ ਸਾਧ ਸੰਗਤ ਜੀ ਮਹਾਰਾਜ ਨੇ ਪ੍ਰੀਖਿਆ ਦਾ ਸਮਾਂ ਆਇਆ ਹੈ ਨਾ, ਭਾਈ ਲਹਿਣੇ ਨੂੰ ਆਪਣੇ ਪੁੱਤਰ ਨੂੰ ਕਹਿਣ ਲੱਗੇ, ਰਾਤ ਪਈ ਹੈ, ਕੱਪੜੇ ਧੋ ਲਿਆ। ਕਹਿਣ ਲੱਗਾ, ਬਾਪੂ ਉਮਰ ਤੇਰੀ ਹੋ ਗਈ ਆ ਵੱਡੀ, ਪਤਾ ਨਹੀਂ ਤੈਨੂੰ ਲੱਗਦਾ, ਰਾਤ ਕੱਪੜੇ ਕੌਣ ਧੋ ਲਿਆਊਗਾ, ਕਿਵੇਂ ਹੋਊਗਾ? ਹੋਰ ਸਿੱਖਾਂ ਨੂੰ ਕਿਹਾ, ਨਾ ਕਰ ਦਿੱਤੀ। ਜਦੋਂ ਬਾਬੇ ਲਹਿਣੇ ਨੂੰ ਕਿਹਾ, 7 ਵਜੇ ਕਹਿ ਕੇ ਰਾਵੀ ਦੇ ਕੰਢੇ ਤੇ ਚਲ ਗਏ। ਰਾਤ 12-1 ਵਜੇ ਕੱਪੜੇ ਧੋਤੇ ਐ ਤੇ ਬਾਹਰ ਵੇਖਿਆ ਉਹ ਧੁੱਪ ਲੱਗੀ ਐ, ਸੁਕਾ ਕੇ ਮਹਾਰਾਜ ਦੇ ਪੇਸ਼ ਕਰ ਦਿੱਤੇ। ਜਿੰਨੀਆਂ ਵੀ ਪ੍ਰੀਖਿਆ ਲਈਆਂ ਮਹਾਰਾਜ ਨੇ ਉਹਨਾਂ ਵਿੱਚ ਪਾਸ ਹੋਏ। ਅਖੀਰਲੀ ਪ੍ਰੀਖਿਆ ਸੀ, ਸੱਚੇ ਪਾਤਸ਼ਾਹ ਮਹਾਰਾਜ ਇੱਕ ਵੱਖਰਾ ਜਿਹਾ ਰੂਪ ਧਾਰਨ ਕਰਕੇ ਆਪਣੇ ਕਮਰ ਕੱਸੇ ਨੂੰ ਵਾਣ ਬੰਨ ਲਿਆ ਹੈ, ਸਰੀਰ ਤੇ ਲੱਸੀ ਦੇ ਛਿੱਟੇ ਪਾ ਲਏ ਹੈ, ਮਗਰ ਕੁੱਤੇ ਲਾ ਲਏ ਨਾਲ, ਤੇ ਮਹਾਰਾਜ ਕਰਤਾਰਪੁਰ ਤੋਂ ਅੱਗੇ ਜੰਗਲਾਂ ਵੱਲ ਨੂੰ ਤੁਰ ਪਏ ਹੈ। ਬੜੀ ਸਿੱਖ ਸੰਗਤ ਨਾਲ ਤੁਰ ਪਈ ਆ ਵੀ ਮਹਾਰਾਜ ਚੱਲੇ, ਅਸੀਂ ਵੀ ਚੱਲੀਏ।
ਪਹਿਲੀ ਵਾਰ ਮਹਾਰਾਜ ਨੇ ਐ ਛੱਟਾ ਦਿੱਤਾ ਹੈ, ਧਰਤੀ ਤੇ ਪੈਸੇ ਵਿਛਾ ਦਿੱਤੇ ਹੈ। ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ ਉਹ ਪੈਸੇ ਚੁੱਕ ਕੇ ਵਾਪਸ ਮੁੜ ਗਏ। ਬਾਕੀ ਸੰਗਤ ਰਹਿ ਗਈ। ਮਹਾਰਾਜ ਨੇ ਛੱਟਾ ਮਾਰਿਆ ਤੇ ਮੋਹਰਾਂ ਡਿੱਗੀਆਂ, ਮੋਹਰਾਂ ਸੋਨੇ ਦੀਆਂ ਮੋਹਰਾਂ, ਚਾਂਦੀ ਦੀਆਂ ਮੋਹਰਾਂ, ਉਹ ਚੁੱਕ ਕੇ ਵਾਪਸ ਤੁਰ ਗਏ। ਇਹਦੋਂ ਅੱਗੇ ਚਾਰ ਹੀ ਸਿੱਖ, ਬਾਬਾ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਤ ਜੀ, ਜੱਤਾ ਰੰਧਾਵਾ, ਇਹ ਸਿੱਖ ਨਾਲ ਗਏ। ਤੇ ਖੀਰਲਾ ਇਮਤਿਹਾਨ ਸੀ, ਜੰਗਲ ਵਿੱਚ ਮੁਰਦਾ ਪਿਆ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹਨੂੰ ਖਾਓ। ਇਹ ਪ੍ਰੀਖਿਆ ਵੇਖ ਕੇ ਤਿੰਨੇ ਸਿੱਖ ਜਿਹੜੇ ਸੀ ਨਾ, ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਤ, ਭਾਈ ਜੱਤਾ ਰੰਧਾਵਾ, ਇਹ ਦਰਖਤਾਂ ਦੇ ਉਹਲੇ ਲੋਗੇ ਐ। ਇਹ ਇਕੱਲਾ ਪਾਸ ਹੋਇਆ ਬਾਬਾ ਲਹਿਣਾ ਜੀ। ਕਹਿਣ ਲੱਗਾ ਸੱਚੇ ਪਾਤਸ਼ਾਹ ਕਿਹੜੇ ਬੰਨਿਓ ਖਾਵਾਂ? ਹਜ਼ੂਰ ਕਹਿਣ ਲੱਗੇ ਜਿਹੜੇ ਬੰਨਿਓ ਮਰਜ਼ੀ ਖਾ ਲੈ। ਤੋ ਵੇਖਿਆ ਤੇ ਗਰਮ ਗਰਮ ਕੜਾਹ ਪ੍ਰਸ਼ਾਦ ਸੀ। ਸੋ ਇਸ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਫਿਰ ਖੀਰਲਾ ਬਚਨ ਕੀਤਾ। ਕਹਿਣ ਲੱਗੇ ਭਾਈ ਲਹਿਣਿਆ, ਸਾਰੀ ਦੁਨੀਆ ਵਾਪਸ ਮੁੜ ਗਈ ਹੈ। ਕੋਈ ਸੋਨੇ ਦੀਆਂ ਮੋਹਰਾਂ, ਕੋਈ ਪੈਸੇ ਲੈ ਕੇ ਆਪਣੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਕਿਉਂ ਮੁੜਦਾ? ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਘਰ ਤੁਹਾਡੇ ਚਰਨਾਂ ਵਿੱਚ ਹੀ ਹੈ। ਮੇਰਾ ਘਰ ਨਹੀਂ, ਘਰਾਂ ਵਾਲੇ ਮੁੜ ਗਏ ਹੋਣਗੇ, ਮੈਂ ਨਹੀਂ ਮੁੜਨਾ। ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਫਿਰ ਭਾਈ ਲੈਣਿਆ, ਮੈਂ ਵੀ ਆਪਣਾ ਘਰ ਬਣਾਉਣਾ ਸੀ, ਮੈਂ ਲੱਭਦਾ ਫਿਰਦਾ ਸਾਂ ਕਿੱਥੇ ਘਰ ਬਣਾਵਾਂ। ਹੁਣ ਤੇਰੇ ਹਿਰਦੇ ਵਿੱਚ ਹੀ ਨਿਵਾਸ ਕਰਾਂਗਾ। ਗਲ ਨੂੰ ਲਾ ਕੇ ਆਪਣਾ ਅੰਗ ਬਣਾ ਲਿਆ, ਗੁਰੂ ਅੰਗਦ ਸਾਹਿਬ ਦਾ ਨਾਮ ਦੇ ਦਿੱਤਾ, ਗੁਰਗੱਦੀ ਬਖਸ਼ ਦਿੱਤੀ ਤੇ ਕਹਿ ਦਿੱਤਾ ਜਾ ਫਿਰ ਹੁਣ ਸ੍ਰੀ ਖਡੂਰ ਸਾਹਿਬ ਚਲ ਜਾ। ਦਿੱਤਾ ਛੱਡ ਕਰਤਾਰਪੁਰ, ਬੈਠ ਖਡੂਰੈ ਜੋਤ ਜਗਾਈ। ਹੁਣ ਇੱਥੇ ਨਾ ਸਾਡੇ ਕੋਲ ਆਵੀਂ, ਸਾਡੇ ਪੁੱਤਰ ਈਰਖਾ ਕਰਨਗੇ, ਅਸੀਂ ਤੈਨੂੰ ਮਿਲਣ ਆ ਜਾਵਾਂਗੇ। ਇਤਿਹਾਸ ਗਵਾਹ ਮਹਾਰਾਜ ਕਰਤਾਰਪੁਰ ਸਾਹਿਬ ਤੋਂ 2 ਵਾਰਾਂ ਗੁਰੂ ਅੰਗਦ ਸਾਹਿਬ ਜੀ ਨੂੰ ਸ੍ਰੀ ਖਡੂਰ ਸਾਹਿਬ ਦਰਸ਼ਨ ਦੇਣ ਵਾਸਤੇ ਆਏ ਹੈ। ਚਰਨਾਂ ਤੇ ਮੱਥਾ ਟੇਕਿਆ। ਸਿੱਧਾ ਨੇ ਵੀ ਪੁੱਛਿਆ ਸੀ ਨਾ ਮਹਾਰਾਜ ਨੂੰ, ਸੱਚੇ ਪਾਤਸ਼ਾਹ ਸਾਰੀ ਦੁਨੀਆ ਤੁਹਾਡੇ ਚਰਨਾਂ ਤੇ ਝੁੱਗੀ ਹੈ, ਤੁਸੀਂ ਵੀ ਕਿਤੇ ਅੱਗੇ ਝੁਕੋਗੇ? ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਜਿਹੜਾ ਸਾਡੀ ਫਿਲਾਸਫੀ ਨੂੰ ਸਮਝ ਲਊਗਾ ਨਾ, ਉਹਦੇ ਚਰਨਾਂ ਤੇ ਅਸੀਂ ਵੀ ਸ਼ੀਸ਼ ਝੁਕਾ ਦਿਆਂਗੇ। ਜਿਹੜਾ ਇਹ ਗੱਲ ਨੂੰ ਸਮਝ ਲੂ ਕਿ ਗੁਰੂ ਕੀ ਸਿੱਖੀ ਕੀ ਚੀਜ਼ ਆ, ਕੀ ਵਸਤੂ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਪਿਆਨਾ ਕੀਤਾ ਹੈ। ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ 6 ਮਹੀਨੇ ਕੋਠੜੀ ਦੇ ਵਿੱਚ ਬੂਹਾ ਮਾਰ ਕੇ ਬੈਠੇ ਰਹੇ, ਬਾਹਰ ਨਹੀਂ ਨਿਕਲੇ। ਸ੍ਰੀ ਖਡੂਰ ਸਾਹਿਬ ਦਾ ਬਚਨ ਹੈ, ਉਹ ਪੁੱਤਰ ਜਾਦ ਉਸ ਤਰ੍ਹਾਂ ਹੀ ਹੈ। ਤੇ ਗੁਰਬਾਣੀ ਵਿੱਚ ਲਿਖ ਦਿੱਤਾ ਵਿਰਾਗ ਇਹ ਨਾ ਸੀ, ਜਿਸ ਪਿਆਰੇ ਸੁਨਿਓ ਤੇ ਸਾਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਸੇ ਜੀਵਣਾ। ਜਿਹੜੇ ਪਿਆਰੇ ਨਾਲ ਪ੍ਰੇਮ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਈਏ, ਪਿੱਛੇ ਜੀਣ ਦਾ ਕੀ ਫਾਇਦਾ ਹੈ। ਐਉਂ ਵਿਰਾਗ ਦੇ ਬਚਨ ਆਉਂਦੇ ਆ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਥਾਰ, ਚੱਲਣ ਸਾਰ ਨਾ ਜਾਣੀ ਕਾਸ਼ ਸਵਾਰ ਨਹਾਰ। ਸੋ ਬਹੁਤ ਵਿਰਾਗ ਦੇ ਵਿੱਚ ਬਾਣੀ ਮਹਾਰਾਜ ਨੇ ਜਿਹੜੀ ਰਚੀ ਹੈ, ਗੁਰੂ ਨਾਨਕ ਸਾਹਿਬ ਦੇ ਵਿਜੋਗ ਦੇ ਵਿੱਚ ਹੀ, ਵਿਛੋੜੇ ਦੇ ਵਿੱਚ ਰਚੀ ਹੈ। ਫਿਰ ਇੱਕ ਵਾਰ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਸ੍ਰੀ ਖਡੂਰ ਸਾਹਿਬ ਕਿਹਾ ਵੀ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਇੰਨੀ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਦੀ, ਬ੍ਰਹਮ ਗਿਆਨੀ ਮਹਾਂਪੁਰਖ ਸੀ, ਜਿਸ ਵੇਲੇ ਅੰਤ ਸਮੇਂ ਪ੍ਰੀਖਿਆ ਦਾ ਸਮਾਂ ਆਇਆ ਹੈ, ਤੁਸੀਂ ਪਾਸ ਕਿਉਂ ਨਹੀਂ ਹੋ ਸਕੇ, ਕਿਉਂ ਨਹੀਂ ਸਾਹਮਣੇ ਖੜ ਸਕੇ? ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਕੋਲ ਬੇਨਤੀ ਕੀਤੀ ਵੀ ਉਹ ਸਾਡੇ ਵੱਸ ਦੀ ਗੱਲ ਨਹੀਂ ਸੀ ਉੱਥੇ ਪਾਸ ਹੋਣਾ। ਜਿਸ ਵੇਲੇ ਮਹਾਰਾਜ ਨੇ ਅਖੀਰਲੀ ਪ੍ਰੀਖਿਆ ਲਈ ਹੈ, ਇੰਨਾ ਤੇਜ ਸੀ ਮਹਾਰਾਜ ਦੇ ਨੇਤਰਾਂ ਵਿੱਚ, ਚਿਹਰੇ ਦੇ ਵਿੱਚ ਕੋਟ ਸੂਰ ਨਾਨਕ ਪ੍ਰਗਾਸ, ਜਿਵੇਂ ਕਰੋੜਾਂ ਸੂਰਜ ਚੜ੍ਹੇ ਹੋਣ। ਉੱਥੇ ਨਹੀਂ ਅਸੀਂ ਅੱਗੇ ਟਿਕ ਸਕੇ, ਸਾਨੂੰ ਦਰਖਤਾਂ ਦੇ ਉਹਲੇ ਹੋਣਾ ਪੈ ਗਿਆ। ਇਸ ਕਰਕੇ ਗੁਰੂ ਦੀ ਪਰਖ ਵਿੱਚ ਪੂਰਾ ਉਤਰਨਾ ਬਹੁਤ ਵੱਡੀ ਗੱਲ ਹੈ। ਮਹਾਰਾਜ ਬਾਣੀ ਲਿਖ ਦਿੱਤਾ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਸਿੱਖੀ ਦਾ ਮਾਰਗ ਇਸ ਤਰ੍ਹਾਂ ਦਾ ਹੈ। ਐਉਂ ਵੀ ਹਜ਼ੂਰ ਨੇ ਲਿਖਿਆ ਬਾਣੀ ਵਿੱਚ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਆਪਣੇ ਗੁਰੂ ਦੀ ਚਾਕਰੀ ਕਰਨੀ, ਗੁਰੂ ਦੀ ਹਜ਼ੂਰੀ ਵਿੱਚ ਰਹਿਣਾ, ਗੁਰੂ ਦੀ ਨਿਗਾਹ ਵਿੱਚ ਪਾਸ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਸਾਧ ਸੰਗਤ ਜੀ, ਗੁਰੂ ਦੀ ਨਿਗਾਹ ਦੇ ਬਹੁਤ ਵੱਡੀ ਗੱਲ ਹੈ। ਕਿਸੇ ਮਹਾਂਪੁਰਖ ਰੱਬ ਦੇ ਪਿਆਰੇ ਦੀ ਨਿਗਾਹ ਵਿੱਚ ਪਾਸ ਹੋਣਾ ਵੀ ਬਹੁਤ ਔਖੀ ਗੱਲ ਹੈ। ਸਾਰੇ ਪਾਸ ਨਹੀਂ ਹੋ ਸਕਦੇ, ਸੰਗਤ ਵਿੱਚ ਪਾਸ ਨਹੀਂ ਹੋ ਸਕਦੇ,
ਗੁਰੂ ਦੀ ਨਿਗਾਹ ਵਿੱਚ ਪਾਸ ਨਹੀਂ ਹੋ ਸਕਦੇ। ਸਾਡੇ ਮਨ ਦੇ ਤੇ ਬਲਬਲੇ ਆਪਣੀ ਮਤ ਵਰਤਦੇ ਆਂ, ਆਪਣੀ ਮਤ ਵਰਤਦਿਆਂ ਪੰਥ ਵਿੱਚ ਤਫੇੜਾਂ ਪਾਈਆਂ ਹੋਈਆਂ। ਆਪਣੀ ਮਤ ਜੋ ਵਰਤੇ ਜੇ ਗੁਰੂ ਦੀ ਮਤ ਨੂੰ ਵਰਤੀਏ, ਗੁਰੂ ਦੀ ਮਤ ਤੇ ਕਹਿ ਰਹੀ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇੱਕੇ ਗੁਰੂ ਦੇ ਪਿਤਾ ਹੈ, ਫਿਰ ਈਰਖਾ ਕਾਹਦੀ ਹੈ? ਕਦੇ ਪੜ੍ਹ ਕੇ ਵੇਖਿਆ ਨਹੀਂ ਇਤਿਹਾਸ? ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ ਵੇਖੀਏ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਿੱਖ ਆਇਆ ਸ੍ਰੀ ਗੋਂਦਵਾਲ ਸਾਹਿਬ, ਮਹਾਰਾਜ ਕੋ ਕਹਿਣ ਲੱਗਾ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਪਿਆਰਿਆ ਕੀ ਨਾਮ ਤੇਰਾ? ਕਹਿੰਦਾ ਜੀ ਮੇਰਾ ਨਾਮ ਮਹਿੰਗਾ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਸਿੱਖੀ ਬੜੀ ਮਹਿੰਗੀ ਹੈ, ਚੰਗਾ ਫਿਰ ਸੇਵਾ ਕਰਿਆ ਕਰ, ਸਮਾਂ ਆਊਗਾ ਸਿੱਖੀ ਦੀ ਦਾਤ ਬਖਸ਼ ਦਿਆਂਗੇ। ਸੇਵਾ ਕਰਨ ਲੱਗ ਪਿਆ। ਮਹਾਰਾਜ ਦੱਸੋ ਕੀ ਹੁਕਮ ਹੈ? ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਚੰਗਾ ਫਿਰ ਲੰਗਰ ਵਰਤਾਇਆ ਕਰ, ਲੰਗਰ ਵਰਤਾਇਆ ਕਰ। ਤੇ ਫਿਰ ਸ਼ਾਮ ਨੂੰ ਬੇਨਤੀ ਕਰਨੀ ਸੱਚੇ ਪਾਤਸ਼ਾਹ ਲੰਗਰ ਵੱਧ ਗਿਆ ਹੈ, ਚੰਗਾ ਫਿਰ ਪਸ਼ੂਆਂ ਨੂੰ ਪਾ ਦਿਓ। ਭਾਂਡੇ ਮੂਧੇ ਮਾਰ ਦੇਣੇ ਸ਼ਾਮ ਨੂੰ। ਰਾਤ ਨੂੰ 10 ਵਜੇ ਸਾਰੀ ਸੰਗਤ ਛਕ ਲੈਂਦੀ ਹੈ। ਗੁਰੂ ਕੀ ਮਰਜ਼ਾਦਾ ਸੀ, ਉਹਨਾਂ ਹੀ ਰਾਸ਼ਨ ਪਾਣੀ ਸ੍ਰੀ ਗੋਂਦਵਾਲ ਸਾਹਿਬ ਗ੍ਰਹਿਣ ਕਰਦੇ ਸੀ ਜਿੰਨਾ ਰਾਤ ਨੂੰ ਵਰਤਿਆ ਜਾਵੇ, ਬਾਕੀ ਮਹਾਰਾਜ ਗ੍ਰਹਿਣ ਹੀ ਨਹੀਂ ਸੀ ਕਰਦੇ। ਗੱਡਿਆਂ ਦੇ ਗੱਡੇ ਲੱਦੇ ਰਸਤ ਪਾਣੀ ਦੇ ਖਲੋਤੇ ਰਹਿੰਦੇ ਸੀ। ਸਵੇਰੇ ਵਾਰੀ ਮਿਲਦੀ ਸੀ ਵੀ ਕਿਹਦੀ ਵਾਰੀ ਆਉਣੀ ਹੈ, ਰਾਸ਼ਨ ਪਾਣੀ ਜਿੰਨਾ ਚਾਹੀਦਾ ਉਨਾ ਹੀ। ਘੜੇ ਜਲ ਵਾਲੇ ਵੀ ਮੂਧੇ ਮਾਰ ਦਿੱਤੇ ਜਾਂਦੇ ਸੀ। ਇੱਕ ਦਿਨ ਹਜੂਰ ਨੂੰ ਕਿਹਾ ਸੱਚੇ ਪਾਤਸ਼ਾਹ ਲੰਗਰ ਵੱਧ ਗਿਆ ਹੈ, ਪਸ਼ੂਆਂ ਨੂੰ ਪਾਓ। ਮਹਾਰਾਜ ਲੰਗਰ ਫਿਰ ਵੀ ਵੱਧ ਗਿਆ, ਪਸ਼ੂ ਵੀ ਤ੍ਰਿਪਤ ਹੋ ਗਏ ਹੈ। ਫਿਰ ਪਾਇਆ ਕਰੋ, ਬਿਆਸ ਦੇ ਵਗਦਾ ਉਹਦੇ ਵਿੱਚ ਜਾ ਕੇ ਟੋਕਰਾ ਭਰ ਕੇ ਪਾਇਆ ਕਰੋ, ਜੀਵ ਜੰਤੂ ਵੀ ਆਨੰਦ ਪ੍ਰਸੰਨ ਹੋ ਜਾਣ। ਇਸ ਤਰ੍ਹਾਂ ਹੀ ਇੱਕ ਦਿਨ ਪੌਣ ਚਲ ਗਿਆ ਭਾਈ ਮਹਿੰਗਾ। ਰਾਤ ਦੇ 11-12 ਵੱਜ ਗਏ ਹੈ ਤੇ 4 ਚੋਰ ਆ ਰਹੇ ਸੀ ਚੋਰੀ ਕਰਨ ਵਾਸਤੇ। 4 ਚੋਰ ਆ ਰਹੇ ਸੀ ਗੋਂਦਵਾਲ ਸਾਹਿਬ ਨੂੰ। ਉਹਨਾਂ ਵੇਖਿਆ ਵੀ ਭਾਈ ਮਹਿੰਗੇ ਸਾਨੂੰ ਵੇਖ ਲਿਆ ਹੈ, ਕਿਤੇ ਰੌਲਾ ਨਾ ਪਾ ਦੇਵੇ। ਉਹਨਾਂ ਨੇ ਟੋਆ ਕੱਢ ਕੇ ਧਰਤੀ ਦੇ ਵਿੱਚ ਗਲ ਤਾਈਂ ਨੱਪ ਦਿੱਤਾ, ਮਾਰਿਆ ਤਾਂ ਨਾ। ਤੇ ਆਪ ਚੋਰੀ ਕਰਨ ਵਾਸਤੇ ਗੋਂਦਵਾਲ ਸਾਹਿਬ ਆ ਵੜੇ ਆ। ਰਾਤ ਦੇ 12-1 ਵਜੇ ਆ ਤੇ ਕੋਈ ਗੁਰਮੁਖ ਪਿਆਰੇ ਸੰਗਤ ਦਾ ਇਹੋ ਹੀ ਪ੍ਰਭਾਵ ਹੁੰਦਾ ਹੈ। ਸਾਧ ਸੰਗਤ ਜੀ ਆਪਾਂ ਗੁਰੂ ਘਰ ਜਾਂਦੇ ਆ, ਤੀਰਥ ਯਾਤਰਾ ਵਾਸਤੇ ਜਾਂਦੇ ਆ, ਇੱਥੇ ਗੁਰੂ ਘਰ ਆਉਂਦੇ ਆ, ਇੱਥੇ ਮਾਣ ਮਿਲ ਜਾਂਦਾ ਹੈ। ਜਿਹੜਾ ਮਨ ਵਿੱਚ ਹੰਕਾਰ ਚੜਿਆ ਹੁੰਦਾ ਨਾ ਘਰ ਵੀ ਮੈਂ ਬਾਣੀ ਬੜੀ ਪੜ੍ਹਦਾ, ਮੈਂ ਸੇਵਾ ਬੜੀ ਕਰਦਾ ਹੈ, ਗੁਰੂ ਘਰ ਆਣ ਕੇ ਮਾਣ ਉਤਰ ਜਾਂਦਾ ਹੈ। ਜੇ ਕੋਈ 4 ਵਜੇ ਆਉਂਦਾ ਤੇ 3:30 ਵਜੇ ਵੀ ਆਏ ਹੁੰਦੇ ਹੈ, ਕੋਈ 3:30 ਵਜੇ ਆਉਂਦਾ ਤੇ 3 ਵਜੇ ਵੀ ਆਏ ਹੁੰਦੇ ਹੈ। ਜੇ ਸੇਵਾ ਤੁਸੀਂ 1 ਘੰਟਾ ਕਰਦੇ ਤੇ 2 ਘੰਟੇ ਸੇਵਾ ਕਰਨ ਵਾਲੇ ਵੀ ਹੁੰਦੇ ਹੈ। ਜੇ 4 ਕਰਦੇ ਤੇ 4 ਤੋਂ ਵੱਧ ਸੇਵਾ ਕਰਨ ਵਾਲੇ ਹੁੰਦੇ। ਮਾਣ ਨਹੀਂ ਰਹਿੰਦਾ ਮਨ ਦੇ ਵਿੱਚ, ਗੁਰੂ ਘਰ ਆਇਆ ਸਾਧ ਸੰਗਤ ਜੀ ਮਾਣ ਮਿਟ ਜਾਂਦਾ ਹੈ ਤੇ ਮਿਟਾਉਣਾ ਚਾਹੀਦਾ ਹੈ। ਰਾਤ 12-1 ਵਜੇ ਤਾਈਂ ਗੁਰੂ ਕੇ ਪਿਆਰੇ ਸੇਵਾ ਵਿੱਚ ਲੱਗੇ ਹੋਏ। ਫਿਰ ਯਤਨ ਕਰਦੇ ਹੈ ਤੇ ਸ੍ਰੀ ਗੋਂਦਵਾਲ ਸਾਹਿਬ 2 ਵਜੇ ਸਿੱਖ ਫਿਰ ਉੱਠ ਖਲੋਤੇ, ਇਸ਼ਨਾਨ ਪਾਨ ਕਰਕੇ ਕੋਈ ਸੇਵਾ ਕਰਨ ਲੱਗ ਪਿਆ ਹੈ, ਕੋਈ ਜਲਦੀ ਸੇਵਾ ਕਰੀ ਜਾਂਦਾ ਹੈ। ਇਹਨਾਂ ਦਾ ਦਾ ਨਹੀਂ ਲੱਗਾ। ਸਵੇਰੇ 4 ਵਜੇ 4 ਚੋਰ ਕਿਤੇ ਚੋਰੀ ਕਰਨ ਲੱਗੇ ਸੀ ਪਰ ਪਕੜੇ ਗਏ। ਜਦੋਂ ਪਕੜੇ ਗਏ ਸਵੇਰੇ ਦੀਵਾਨ, ਜਿਸ ਵੇਲੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਦੀਵਾਨ ਲੱਗਾ ਹੈ ਤੇ ਸਿੱਖਾਂ ਨੇ ਫੜ ਕੇ ਮਹਾਰਾਜ ਦੇ ਪੇਸ਼ ਕਰ ਦਿੱਤੇ ਵੀ ਸੱਚੇ ਪਾਤਸ਼ਾਹ ਇਹ ਚੋਰ ਆ, ਰਾਤ ਇਹਨਾਂ ਚੋਰੀ ਕਰਨੀ ਚਾਹੀ ਹੈ, ਪਕੜੇ ਹੈ। ਹੱਥ ਜੋੜ ਕੇ ਖਲੋਤੇ ਹੈ, ਕੰਬੀ ਜਾਂਦੇ ਹੈ। ਮਹਾਰਾਜ ਕਹਿੰਦੇ ਤੁਹਾਨੂੰ ਕੀ ਦੰਡ ਦੇਈਏ ਬਈ? ਕਹਿਣ ਲੱਗੇ ਮਹਾਰਾਜ ਅਸੀਂ ਚੋਰੀ ਨਹੀਂ ਕੀਤੀ, ਅਸੀਂ ਤਾਂ ਹੋਰ ਬੜਾ ਵੱਡਾ ਪਾਪ ਕੀਤਾ, ਜ਼ੁਲਮ ਕੀਤਾ ਹੈ। ਤੁਹਾਡਾ ਸਿੱਖ ਜਿਹੜਾ ਭਾਈ ਮਹਿੰਗਾ ਰਾਜ ਜਾ ਰਿਹਾ ਸੀ ਉਹਨੂੰ ਅਸੀਂ ਧਰਤੀ ਦੱਬ ਕੇ ਆਏ, ਸੱਚੇ ਪਾਤਸ਼ਾਹ ਬਖਸ਼ ਲਓ। ਮਹਾਰਾਜ ਕਹਿੰਦੇ ਕਾਲੀ ਨਾਲ ਆਪ ਉੱਠੇ, ਆਪਣੇ ਮੋਢੇ ਤੇ ਬਜ਼ੁਰਗ ਸਰੀਰ ਹੈ, ਆਪਣੇ ਮੋਢੇ ਤੇ ਕਈ ਮਹਾਰਾਜ ਨੇ ਆਪ ਰੱਖੀ ਹੈ ਤੇ ਕਹਿੰਦੇ ਆਓ। ਕਾਲੇ ਨਾਲ ਤੁਰੇ ਵੀ ਕਿੱਥੇ ਸਿੱਖ ਦੱਬ ਕੇ ਆਏ ਹੋ? ਸੱਚੇ ਪਾਤਸ਼ਾਹ ਨੇ ਮਿੱਟੀ ਆਪ ਭਾਈ ਮਹਿੰਗੇ ਦੇ ਪਾਸੋਂ ਪਾਸੇ ਕੀਤੀ ਹੈ ਤੇ ਕੱਢ ਕੇ ਲਿਆਣ ਕੇ ਇਸ਼ਨਾਨ ਕਰਵਾਇਆ ਹੈ। ਇਸ਼ਨਾਨ ਕਰਵਾ ਕੇ ਭਰੀ ਸੰਗਤ ਜੁੜੀ ਬੈਠੀ ਹੈ। ਸਾਰਿਆਂ ਦੇ ਮਨ ਵਿੱਚ ਆ ਵੀ ਮਹਾਰਾਜ ਪਤਾ ਨਹੀਂ ਕੀ ਇਹਨਾਂ ਨੂੰ ਸਜ਼ਾ ਦੇਣਗੇ, ਏਡਾ ਵੱਡਾ ਇਹਨਾਂ ਪਾਪ ਕੀਤਾ ਹੈ, ਚੋਰੀ ਕਰਨ ਵਾਸਤੇ ਆਏ ਹੈ, ਭਾਈ ਮਹਿੰਗੇ ਨੂੰ ਨੱਪ ਕੇ ਆਏ ਹੈ। ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਵਾਏ ਭਾਈ ਮਹਿੰਗੇ ਨੂੰ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਭਾਈ ਮਹਿੰਗਿਆ
ਇਹਨਾਂ ਤੈਨੂੰ ਧਰਤੀ ਵਿੱਚ ਦੱਬਿਆ ਹੈ, ਚੋਰੀ ਕਰਨ ਆਏ, ਇਹਨਾਂ ਨੂੰ ਕੀ ਦੰਡ ਦਈਏ, ਕੀ ਸਜ਼ਾ ਦਈਏ। ਭਾਈ ਮਹਿੰਗਾ ਹੱਥ ਜੋੜ ਕੇ ਖਲੋ ਗਿਆ। ਸੱਚੇ ਪਾਤਸ਼ਾਹ ਜੇ ਮੇਰੀ ਮੰਨਦੇ ਹੋ, ਮੇਰੀ ਬੇਨਤੀ ਇਹ ਆ ਕਿ ਇਹਨਾਂ ਦੇ ਘਰਾਂ ਵਿੱਚ ਜੋ ਰਿਜ਼ਕ ਨਾ ਹੋਇਆ, ਇਹਨਾਂ ਆਪਣਾ ਪਰਿਵਾਰ ਜੋ ਪਾਲਣਾ ਹੋਇਆ ਤਾਂ ਚੋਰੀ ਕਰਨ ਆਏ ਆ ਨਾ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਇਹਨਾਂ ਦੇ ਘਰ ਧਨ ਮਾਲ ਬਹੁਤਾ ਦੇ ਦਿਓ, ਚੋਰੀ ਕਰਨ ਆਉਣ ਹੀ ਨਾ, ਇਹਨਾਂ ਦਾ ਸੁਭਾਅ ਹੀ ਬਦਲ ਜਾਵੇ, ਕਿਰਪਾ ਕਰ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਹੋਰ ਕੀ ਦਈਏ ਮਹਿੰਗਿਆ। ਤੇ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਜੀ ਦੇ ਬਾਣੀ ਦਾ ਜਿਹੜਾ ਅਰਥ ਹੈ ਨਾ, ਆਪ ਜਿਹੜਾ ਉਪਦੇਸ਼ ਸਾਨੂੰ ਦੇ ਰਹੇ ਹੋ, ਉਹ ਉਪਦੇਸ਼ ਵਿੱਚ ਲਿਖਿਆ ਹੈ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਵੀ ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਹੋ ਜਾਣ ਉਹ ਫਿਰ ਜਨਮ ਮਰਨ ਦੇ ਗੇੜੇ 'ਚ ਨਹੀਂ ਆਉਂਦੇ। ਮਹਾਰਾਜ ਇਹਨਾਂ ਨੂੰ ਤੁਹਾਡੇ ਦਰਸ਼ਨ ਹੋ ਗਏ, ਇਹਨਾਂ ਦਾ ਜਨਮ ਮਰਨ ਵੀ ਕੱਟਦੇ। ਜਦੋਂ ਇਹ ਬਚਨ ਕਿਹਾ ਮਹਾਰਾਜ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਮਹਿੰਗਿਆ ਸਿੱਖੀ ਹੈਤ ਸੀ ਮਹਿੰਗੀ, ਪਰ ਤੂੰ ਮਹਿੰਗੇ ਭਾਅ ਖਰੀਦ ਲਈਏ, ਆਪਣੇ ਗਲ ਨਾਲ ਲਾ ਲਿਆ। ਇਹ ਹੈ ਸਿੱਖੀ ਦਾ ਮਾਰਗ। ਇਹ ਤੋਂ ਮੈਂ ਤੁਹਾਨੂੰ ਨਹੀਂ ਕਹਿੰਦਾ, ਮੇਰੇ ਵਰਗੇ ਕਈ ਖੜੇ ਫਿਰਦੇ ਇਸ ਗੱਲ ਤੋਂ। ਸਾਡੇ ਮਨ ਵਿੱਚ ਸਿੱਖੀ ਪ੍ਰੇਮ ਭਾਵਨਾ, ਸ਼ਰਧਾ ਭਾਵਨਾ ਘਟਦੀ ਜਾ ਰਹੀ ਹੈ। ਗੁਰੂ का ਇਤਿਹਾਸ ਪੜਾਂਗੇ, ਗੁਰੂ की ਬਾਣੀ ਪੜਾਂਗੇ, ਸ਼ਰਧਾ ਭਾਵਨਾ ਰੱਖਾਂਗੇ, ਫਿਰ ਉਹ ਗੁਣ ਜਿਹੜੇ ਹੈ ਉਹ ਚੰਗੇ ਸਾਡੇ ਵਿੱਚ ਆ ਸਕਦੇ। ਸੱਚੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦੁਨੀਆ ਨੂੰ ਚੜਿਆ ਸੋਧਣ ਧਰਤ ਲੁਕਾਈ। ਜੰਗਲ ਦਾ ਇਲਾਕਾ ਹੈ ਮਹਾਰਾਜ, ਵਿਖੜੇ ਪੈਂਡੇ ਥਾਣੀ ਤੁਰੇ ਜਾ ਰਹੇ। ਇੱਕ ਘੋੜਸਵਾਰ ਆਇਆ, ਬੜਾ ਹੰਕਾਰੀ ਸੀ। ਭਾਈ ਮਰਦਾਨੇ ਦੇ ਆਣ ਕੇ ਕਹਿੰਦੇ ਉਹਨੇ ਪਿੱਛੋਂ ਲੱਕ ਦੇ ਵਿੱਚ ਠੁੱਡ ਮਾਰਿਆ, ਠੁੱਡ। ਭਾਈ ਮਰਦਾਨਾ ਡਿੱਗ ਪਿਆ ਹੈ। ਸੱਚੇ ਪਾਤਸ਼ਾਹ ਅੱਗੇ ਜਾ ਰਹੇ ਸੀ, ਉਹ ਘੋੜਾ ਭਜਾ ਕੇ ਅੱਗੇ ਅੱਗੇ ਜਾ ਰਿਹਾ ਹੈ। ਭਾਈ ਮਰਦਾਨੇ ਦੇ ਡਿੱਗਣ ਦੀ ਆਵਾਜ਼ ਆਈ ਹੈ ਤੇ ਹਜ਼ੂਰ ਸੱਚੇ ਪਾਤਸ਼ਾਹ ਆਵਾਜ਼ ਮਾਰਦੇ ਹੈ, ਭਾਈ ਮਰਦਾਨਾ ਕੀ ਗੱਲ ਹੋ ਗਈ। ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਘੋੜਸਵਾਰ ਜਾ ਰਿਹਾ ਹੈ ਨਾ, ਇਹਨੇ ਮੇਰੇ ਠੁੱਡ ਮਾਰਿਆ, ਮੇਰੇ ਬੜੀ ਸੱਟ ਵੱਜੀ ਹੈ, ਬੜੀ ਦਰਦ ਹੋ ਰਹੀ ਹੈ। ਇੱਕ ਰਾਂ ਕਹਿ ਦਿਓ ਠੁੱਡ ਮਾਰਨ ਵਾਲਿਆ ਤੇਰਾ ਬੇੜਾ ਡੁੱਬ ਜਾਵੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆ ਆਪਾਂ ਬੇੜੇ ਤਾਰਨ ਵਾਸਤੇ ਆਏ ਆ, ਡੁੱਬਣ ਵਾਸਤੇ ਨਹੀਂ ਆਏ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਇੰਨੀ ਦਰਦ ਹੋ ਰਹੀ ਹੈ, ਤੁਸੀਂ ਤੇ ਇੱਕ ਬਚਨ ਹੀ ਕਹਿਣਾ ਨਾ, ਤੁਸੀਂ ਕਹਿ ਦਿਓ ਵੀ ਠੁੱਡ ਮਾਰਨ ਵਾਲਾ ਤੇਰਾ ਬੇੜਾ ਡੁੱਬ ਜੇ। ਸੱਚੇ ਪਾਤਸ਼ਾਹ ਦੁਬਾਰਾ ਕਹਿਣ ਲੱਗੇ ਮਰਦਾਨਿਆ ਆਪਾਂ ਬੇੜੇ ਤਾਰਨ ਵਾਸਤੇ ਆਏ, ਡੁੱਬਣ ਵਾਸਤੇ ਨਹੀਂ ਆਏ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੂੰ ਇਹ ਗੱਲ ਕਹਿ ਦੇ ਵੀ ਠੁੱਡ ਮਾਰਨ ਵਾਲਿਆ ਤੇਰਾ ਭਲਾ ਹੋਵੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲਗਈ, ਪੱਲੇ ਸਭ ਕੁਛ ਪਾਏ। ਸੋ ਸਾਧ ਸੰਗਤ ਜੀ, ਬਾਬਾ ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਕੋਲ ਕਿਹਾ ਨਹੀਂ ਜਾਂਦਾ। ਮਹਾਰਾਜ ਕਹਿਣ ਲੱਗੇ ਸਾਡਾ ਬਚਨ ਮੰਨ ਕੇ ਕਹਿ ਤਾਂ ਦੇ। ਮਰਦਾਨੇ ਨੇ ਹੌਲੀ ਜੀ ਕਿਹਾ ਕਿ ਠੁੱਡ ਮਾਰਨ ਵਾਲਿਆ ਤੇਰਾ ਭਲਾ ਹੋਵੇ। ਇਹਨਾਂ ਬਚਨ ਕਹਿਣ ਦੀ ਢੇਰ ਸੀ। ਘੋੜੇ ਨੂੰ ਵੱਜਾ ਠੇਡਾ, ਘੋੜਾ ਵੀ ਡਿੱਗ ਪਿਆ ਹੈ ਤੇ ਸਵਾਰ ਵੀ ਧਰਤੀ ਤੇ ਜਾ ਪਿਆ ਹੈ। ਸਵਾਰ ਆਣ ਕੇ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਦੇ ਢਹਿ ਪਿਆ ਹੈ, ਮਾਫੀ ਮੰਗੀ ਹੈ। ਸੱਚੇ ਪਾਤਸ਼ਾਹ ਮੇਰੇ ਕੋਲੋਂ ਗਲਤੀ ਹੋਈ ਹੈ। ਇਹ ਗੁਰੂ का ਮਾਰਗ ਹੈ, ਇਹ ਗੁਰੂ की ਸਿੱਖੀ ਦਾ ਮਾਰਗ ਹੈ। सेवा करनी, सिमरन करना, गुरु की संगत करनी, बाणी पढ़नी, केसा धारी होना, गुरु का खंडे बाटे का अमृत छकना, अपनी धर्म की किरत करनी। ये सच्चे पातशाह महाराज ने उपदेश दिता है। उहदे धारनी होइए, गुरु की खुशियां होण, आप सारियां संगतां दे प्रेम नूं जाणदे होए गुरु हरगोबिंद साहब जी की बख्शिशां दे पात्र बहादुर बाबा विधि चंद साहब जी। सिख तां सारे बहादुर होए पर लिखती स्वरूप विच दो सिखां नूं महाराज ने बहादुरी का खिताब दिता है। पहला बहादुरी का खिताब दूसरे जंग विच रियाड़की जिहड़ा हरगोबिंदपुर वाला जंग होया है, उस जंग में 6वें पातशाह ने खुश होकर बाबा विधि चंद साहब जी नूं बहादुर बाबा विधि चंद साहब जी का खिताब दिता। दूसरा खिताब चौथे जंग में
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹਾਦਰੀ ਦਾ ਖਿਤਾਬ, ਮਹਾਰਾਜ ਦਾ ਪਹਿਲਾ ਨਾਮ ਤਿਆਗਮਲ ਸੀ। ਮਹਾਰਾਜ ਨੇ ਆਖਿਆ ਤੂੰ ਤੇ ਬਹਾਦਰ ਹੈ, ਤੇਗ ਬਹਾਦਰ ਹੈ, ਤੇਗ ਦਾ ਧਨੀ ਹੈ। ਹਜੂਰ ਦੀ ਉਸ ਵੇਲੇ 13 ਸਾਲ ਦੀ ਅਵਸਥਾ ਲਿਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਚੌਥੇ ਜੰਗ ਵਿੱਚ, ਕਿਉਂਕਿ 1621 ਦਾ ਮਹਾਰਾਜ ਦਾ ਅਵਤਾਰ ਹੈ ਤੇ 1634 ਵਿੱਚ ਜੰਗ ਹੋਇਆ ਹੈ। ਇਹ ਗਿਣਤੀ ਗੁਰੂ ਸਾਹਿਬ ਦੇ ਆਉਂਦੀ ਹੈ, ਸਿੱਖਾਂ ਦੀ ਗਿਣਤੀ ਵਿੱਚ 2 ਸਿੱਖਾਂ ਦੀ ਆਉਂਦੀ ਹੈ। 10ਵੇਂ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਬਹਾਦਰੀ ਦਾ ਖਿਤਾਬ ਦਿੱਤਾ ਲਿਖਤੀ ਰੂਪ ਵਿੱਚ। ਇਹ 2 ਸਿੱਖ ਬਹਾਦਰੀ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਹੋਏ ਹੈ। ਸੋ ਉਹ ਐਸਾ ਮਹਾਨ ਸਿੱਖ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ, ਜਿਨ੍ਹਾਂ ਨੇ ਸਾਰੀ ਅਵਸਥਾ ਮਹਾਰਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਹਾਰਾਜ ਦੇ ਚਰਨਾਂ ਦੇ ਸੇਵਕ ਬਣ ਕੇ ਬਹੁਤ ਨਿਮਰਤਾ ਧਾਰਨ ਕਰਕੇ ਗੁਰੂ ਦੀ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਕਿਹਾ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਤੂੰ ਮੇਰਾ ਹਿਰਦਾ ਸਰੂਪ ਆ, ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹਿ ਅਬਦੋਈ। ਤੇਰੇ ਸਾਡੇ ਵਿੱਚ ਕੋਈ ਭੇਦ ਨਹੀਂ ਹੈ, ਜਿਹੜਾ ਤੇਰੇ ਸਾਡੇ 'ਚ ਭੇਦ ਜਾਣੂਗਾ ਉਹ ਗੁਰੂ ਨਾਨਕ ਦੀ ਸਿੱਖੀ ਦੀ ਉਹਨੂੰ ਪ੍ਰਾਪਤ ਹੋਊ, ਸਿੱਖੀ ਸਿਰਕ ਨਹੀਂ ਪ੍ਰਾਪਤ ਹੋਊ ਉਸ ਨੂੰ। ਇਹ ਮਹਾਰਾਜ ਨੇ ਬਚਨ ਕੀਤਾ। ਤੇ ਜਿਸ ਵੇਲੇ ਸੱਚਖੰਡ ਤਿਆਰੀ ਕੀਤੀ ਹੈ, ਉਸ ਵੇਲੇ ਬਾਬਾ ਲਾਲ ਚੰਦ ਜੀ ਨੂੰ, ਬਾਬਾ ਵਿਧੀ ਚੰਦ ਸਾਹਿਬ ਦੇ ਸੁਪੁੱਤਰ ਨੂੰ ਬਖਸ਼ਾਂ ਦੇ ਕੇ ਨਗਰ ਸੁਰ ਸਿੰਘ 500 ਕਿੱਲਾ ਜ਼ਮੀਨ ਭਾਈ ਭਾਗਮਲ ਨੇ ਅਰਦਾਸ ਕਰਵਾਇਆ ਸੀ, ਮਹਾਰਾਜ ਨੂੰ ਭੇਟਾ ਕੀਤੀ ਸੀ। ਸੁੰਦਰ ਮਹਿਲ ਜਿਹੜੇ ਅਜੇ ਵੀ ਯਾਦਗਾਰ ਜਿਉਂ ਦੇ ਤਿਉਂ ਦਰਸ਼ਨ ਹੁੰਦੇ ਹੈ। ਬਾਬਾ ਜੀ ਨੇ ਦੁਬਾਰਾ ਉਹਨਾਂ ਦੀ ਮੁਰੰਮਤ ਕਰਵਾਈ ਹੈ। ਸੋ ਉਹਨਾਂ ਮਹਿਲਾਂ ਵਿੱਚ ਜਾਣ ਦਾ ਹੁਕਮ ਦੇ ਦਿੱਤਾ। ਉਸ ਸਮੇਂ ਤੋਂ ਲੈ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਅੱਗੇ ਸੀਨਾ ਬਸੀਨਾ, ਪੁਸ਼ਤ ਦਰ ਪੁਸ਼ਤ ਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਸਰੂਪ ਹਨ ਇਹ ਬਾਬਾ ਅਵਤਾਰ ਸਿੰਘ ਜੀ। ਅੱਜ ਤਾਈਂ, ਕਿਉਂਕਿ ਮਹਾਰਾਜ ਨੂੰ ਉਸ ਵੇਲੇ ਕਹਿੰਦੇ ਸਿੱਖਾਂ ਨੇ ਐਉਂ ਹੀ ਬੇਨਤੀ ਕੀਤੀ, ਜਦੋਂ ਮਹਾਰਾਜ ਨੇ ਕਿਹਾ ਨਾ ਸਦਾ ਸਾਂਝ ਤੇਰੀ ਪੁਸ਼ਤੈਨੀ, ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਕਲਯੁਗ ਦਾ ਸਮਾਂ ਆਉਣਾ ਹੈ, ਕਿਤੇ ਕੋਈ ਫਰਕ ਨਾ ਪੈ ਜਾਵੇ। ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ, ਨਿਭ ਹੈ ਗੁਰ ਘਰ ਸੰਗ ਸੁਖੈਨੀ, ਬੜੀ ਸੌਖੀ ਨਿਭਾ ਦਿਆਂਗੇ, ਗੁਰੂ ਦੀ ਕਿਰਪਾ ਹੋਵੇ ਫਿਰ ਸੌਖੀ ਨਿਭਦੀ ਹੈ, ਨਹੀਂ ਤੇ ਜੈਸਾ ਸਮਾਂ ਚੱਲਿਆ ਹੈ ਸਾਧ ਸੰਗਤ ਜੀ, ਬੰਦਾ ਥਿੜਕੀ ਜਾਂਦਾ ਹੈ, ਪਤਾ ਨਹੀਂ ਕਿਹੜੇ ਵੇਲੇ ਬੰਨੇ ਕਲਯੁਗ ਦਾ ਜ਼ੋਰ ਪੈ ਜਾਂਦਾ ਹੈ। ਉਸ ਸਮੇਂ ਤੋਂ ਲੈ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਤੋਂ ਲੈ ਕੇ ਹੁਣ ਤਾਈਂ ਗੁਰੂ ਪੰਥ ਨੂੰ, ਖਾਲਸਾ ਪੰਥ ਨੂੰ, ਸਿੱਖ ਸੰਗਤ ਨੂੰ ਸਮਰਪਿਤ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ, ਚੜ੍ਹਦੀਆਂ ਕਲਾ ਦੇ ਨਾਲ ਸੇਵਾ ਕੀਤੀ ਹੈ। ਹਿੰਦੁਸਤਾਨ ਦੀ ਧਰਤੀ ਵਿੱਚ ਵਿਚਰ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਗੁਰੂ ਪੰਥ ਦਾ ਕੋਈ ਮੋਰਚਾ ਆਇਆ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ, ਕਿਸੇ ਗੱਲੋਂ ਪਿੱਛੇ ਨਹੀਂ ਹਟੇ। ਐਸੇ ਮਹਾਂਪੁਰਖ ਰੱਬ ਦੇ ਪਿਆਰੇ, ਦਿਆਲੂ ਕਿਰਪਾਲੂ ਉਹ ਮਹਾਂਪੁਰਖ ਰੱਬ ਦੇ ਪਿਆਰੇ। 10ਵੇਂ ਪਾਤਸ਼ਾਹ ਲਿਖਦੇ ਹੈ, ਹਰ ਹਰ ਜਨ ਦੋ ਏਕ ਹੈ, ਬੇਵਿਚਾਰ ਕਿਸ਼ਨਾ ਹੈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਮਹਾਰਾਜ ਦੀ ਬਾਣੀ ਵਿੱਚ ਮਹਾਰਾਜ ਨੇ ਕਿਸੇ ਧੀ ਪੁੱਤਰ ਦਾ, ਕਿਸੇ ਰਾਜੇ ਮਹਾਰਾਜੇ ਦਾ ਵਰਣਨ ਨਹੀਂ ਕੀਤਾ। ਜੇ ਸਿਫਤ ਕੀਤੀ ਹੈ ਤੇ ਰੱਬ ਦੇ ਪਿਆਰੇ ਗੁਰੂ ਕੇ ਸਿੱਖਾਂ ਦੇ ਨਾਮ ਜਪਣ ਵਾਲਿਆਂ ਦੀ ਕੀਤੀ ਹੈ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਨਾ ਕੇ, ਲੈ ਜੋ ਤੇਰਾ ਨਾਉ, ਲੈ ਜੋ ਤੇਰਾ ਨਾਉ ਤਨਾ ਕੇ, ਹਉ ਸਦ ਕੁਰਬਾਨੇ ਜਾਓ। ਮਹਾਰਾਜ ਕਹਿੰਦੇ ਨਾਮ ਜਪਣ ਵਾਲਿਆਂ ਤੋਂ ਮੈਂ ਕੁਰਬਾਨ ਜਾਂਦਾ ਹੈ। ਐਸੇ ਗੁਰੂ ਕੇ ਸਿੱਖ ਰੱਬ ਦੇ ਪਿਆਰੇ ਮਹਾਂਪੁਰਖ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਬਖਸ਼ਾਂ, ਗੁਰੂ ਕੇ ਸ਼ਾਸਤਰ ਲੈ ਕੇ ਪਹੁੰਚੇ ਹਨ। ਉਹ ਆਪ ਜੀ ਨੂੰ ਪਰਸੋਂ ਦਰਸ਼ਨ ਕਰਵਾਏ ਜਾਣਗੇ, ਅੰਮ੍ਰਿਤ ਸੰਚਾਰ ਹੋਵੇਗਾ। ਤਾਂ ਸਾਧ ਸੰਗਤ ਜੀ ਨਗਰ ਕੀਰਤਨ ਵਿੱਚ ਵੀ ਮਹਾਂਪੁਰਖ ਹਾਜ਼ਰੀ ਭਰਨਗੇ, ਜਥੇ ਦੇ ਸਿੰਘ ਨਾਲ ਹਾਜ਼ਰੀ ਭਰਨਗੇ। ਵੱਡਾ ਭਾਰੀ ਜੋੜ ਮੇਲਾ ਹੈ। ਸਾਰੀਆਂ ਸੰਗਤਾਂ ਨੇ ਦਰਸ਼ਨ ਪ੍ਰਸ਼ਨ ਕਰਕੇ ਆ ਵੱਡਿਆਂ ਭਾਗਾਂ ਵਾਲੇ ਜੋ ਪ੍ਰਦੇਸ਼ ਵਿੱਚ ਰਹਿ ਕੇ ਵੀ ਗੁਰੂ ਨਾਲ ਪਿਆਰ ਹੈ, ਗੁਰੂ ਕੇ ਦਰਸ਼ਨ ਕਰਦੇ ਹੋ, ਸੰਗਤ ਕਰਦੇ ਹੋ, ਹੋਈਆਂ ਗਲਤੀਆਂ ਦੀ ਮਾਫੀ ਬਖਸ਼ ਦਿਓ। ਸੋ ਗੁਰੂ ਕੀ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।